बहुत स्वागत है जी सारिਆਂ ਦਾ। बहुत इंपॉर्टेंट प्रोग्राम करांगे और ख़ास तौर पर इस प्रोग्राम ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ कि नॉन SGS ਦੇ ਵਿੱਚ ਸਕਸੈਸ ਰੇਟ ਕੀ ਸੱਚਮੁੱਚ ਮਈ ਤੋਂ ਬਾਅਦ ਤੇਜ਼ ਹੋਏਗਾ। ਇਹਦੇ ਪਿੱਛੇ ਕਾਰਨ ਕੀ ਨੇ ਕਿ ਬੈਕਲੌਗ ਮਈ ਤੱਕ ਕਲੀਅਰ ਹੋ ਸਕਦਾ। ਇਹਦੇ ਪਿੱਛੇ ਕਾਰਨ ਕੀ ਨੇ, ਅਗਰ ਮਈ ਤੱਕ ਨਹੀਂ ਤੇ ਬੈਕਲੌਗ ਕਦੋਂ ਕਲੀਅਰ ਹੋਏਗਾ। ਔਰ ਜਿਹੜੇ ਸਟੂਡੈਂਟਸ ਨੇ ਜਿਹੜੇ ਰਿਫਿਊਜ਼ਡ ਨੇ, ਮਲਟੀਪਲ ਰਿਫਿਊਜ਼ਲ ਵਾਲੇ ਨੇ, ਕੀ ਉਹ ਬੈਕਲੌਗ ਕਲੀਅਰ ਹੋਣ ਤੱਕ ਇੰਤਜ਼ਾਰ ਕਰਨ ਜਾਂ ਉਹ ਆਪਣੀ ਫਾਈਲ ਹੁਣੇ ਲੌਂਚ ਕਰਨ। ਨਵੀਆਂ ਫਾਈਲਸ ਦਾ ਬੈਕਲੌਗ ਦੇ ਨਾਲ ਕੋਈ ਸੰਬੰਧ ਤਾਂ ਨਹੀਂ ਹੈ। ਕੁੱਲ ਮਿਲਾ ਕੇ ਨਵੇਂ ਰੀਅਪਲਾਈ ਕਰਨ ਵਾਲੇ 5.5 ਵਾਲੇ ਸਟੂਡੈਂਟ ਕੀ ਇਮੀਡੀਏਟ ਆਪਣੀ ਫਾਈਲ ਨੂੰ ਰੀਲੌਂਚ ਕਰਨ ਜਾਂ ਬੈਕਲੌਗ ਕਲੀਅਰ ਹੋਣ ਦਾ ਇੰਤਜ਼ਾਰ ਕਰਨ। ਸੋ ਇਹ 3-4 ਸਵਾਲ ਨੇ ਜਿਨ੍ਹਾਂ ਦੇ ਆਲੇ ਦੁਆਲੇ ਮੈਂ ਇਹ ਪ੍ਰੋਗਰਾਮ ਚਲਾਊਂਗਾ। ਔਰ ਇਹਦੇ ਨਾਲ ਨਾਲ ਮਈ ਦੇ ਵਿੱਚ, ਸੈਪਟੰਬਰ ਦੇ ਵਿੱਚ ਸਟੂਡੈਂਟਸ ਖਾਸ ਤੌਰ 'ਤੇ ਜਿਨ੍ਹਾਂ ਦੇ 5.5 ਨੇ ਸਕੋਰ ਬੈਂਡ, ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਜਦੋਂ ਰੀਅਪਲਾਈ ਕਰਨਾ। ਭੇਡ ਚਾਲ ਵਾਲੇ ਕੋਰਸ ਤੋਂ ਬਚਿਆ ਜਾਵੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ 1-2 ਕੋਰਸ ਸੀ ਜਿਹੜੇ ਕਿ ਜ਼ਿਆਦਾਤਰ ਸਟੂਡੈਂਟਸ ਨੂੰ ਏਜੰਟਸ ਨੇ ਦਵਾਏ। ਕੋਰਸ 5.5 ਵਾਲੇ ਸਟੂਡੈਂਟ ਨੇ ਕਿਵੇਂ ਚੂਜ਼ ਕਰਨਾ ਹੈ, ਸਿਲੈਕਸ਼ਨ ਆਫ ਕੋਰਸ ਦਾ ਸਕਸੈਸ ਰੇਟ ਨਾਲ ਕੀ ਸੰਬੰਧ ਹੈ, ਇਹ ਵੀ ਦੱਸਣਗੇ ਸਾਨੂੰ ਅਜਿੰਦਰਬੀਰ ਕੌਰ ਗਿੱਲ ਜੀ ਸਾਡੇ ਨਾਲ ਮੌਜੂਦ ਨੇ। CICC ਮੈਂਬਰ ਨੇ, ਇਸ ਤੋਂ ਪਹਿਲਾਂ ICCRC ਮੈਂਬਰ ਸੀ, ਹੁਣ CICC ਮੈਂਬਰ ਬਣ ਗਏ। ਕੈਨੇਡਾ ਦੀ ਸਰਕਾਰ ਵੱਲੋਂ ਓਫੀਸ਼ੀਅਲ ਰਿਪਰੈਜ਼ੈਂਟੇਟਿਵ ਨੇ। ਕਾਨੂੰਨੀ ਤੌਰ 'ਤੇ ਸਟੂਡੈਂਟਸ ਦੇ ਲਈ ਕਵਰਿੰਗ ਲੈਟਰ ਲਾ ਸਕਦੇ ਨੇ ਜਦੋਂ ਕੇਸ ਫਾਈਲ ਹੁੰਦਾ। ਸਬਮਿਸ਼ਨ ਲੈਟਰ ਵੀ ਨਾਲ ਲਗਾ ਸਕਦੇ ਨੇ ਕਿਸੇ ਵੀ ਸਟੂਡੈਂਟ ਲਈ। ਔਰ ਸਟੂਡੈਂਟ ਦੇ ਜਿਹੜੇ ਚੰਗੇ ਪੁਆਇੰਟਸ ਨੇ, ਖਾਸ ਤੌਰ 'ਤੇ 5.5 ਔਰ 6 ਈਚ ਵਾਲੇ ਸਟੂਡੈਂਟਸ ਦੇ ਜਿਹੜੀ ਉਹਨਾਂ ਦੀ ਸਟਰੈਂਥ ਹੈ ਉਹਨੂੰ ਵੀ ਸਬਮਿਟ ਕਰ ਸਕਦੇ ਨੇ ਵੀਜ਼ਾ ਆਫਿਸਰ ਨੂੰ, ਜਿਹਦੇ ਨਾਲ ਸਕਸੈਸ ਰੇਟ ਵਧਣ ਦੇ ਚਾਂਸਸ ਹਮੇਸ਼ਾ ਬਣਦੇ ਨੇ ਔਰ ਤੁਹਾਡੀ ਫਾਈਲ ਇੱਕ ਜੈਨੂਅਨ ਤਰੀਕੇ ਦੇ ਨਾਲ ਲੌਂਚ ਹੋਏਗੀ। ਅਜਿੰਦਰਬੀਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਜਿੰਦਰਬੀਰ ਕੌਰ ਜੀ, ਮਲਟੀਪਲ ਫੈਕਟਰਸ ਨੇ ਜਿਹੜੇ ਮੈਂ ਸਾਂਝੇ ਕੀਤੇ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਮੈਂ ਦੇਖਿਆ ਪਿਛਲੇ ਸਮੇਂ ਦੇ ਵਿੱਚ 5.5 ਵਾਲੇ ਸਟੂਡੈਂਟਸ ਦੀ ਜੇ ਰਿਜੈਕਸ਼ਨ ਥੋੜ੍ਹੀ ਵਧੀ ਹੈ, ਇੱਕ ਤਾਂ ਉਹਦੇ ਪਿੱਛੇ ਨੰਬਰ ਆਫ ਫਾਈਲ ਸੀ, ਬੈਕਲੌਗ ਬਹੁਤ ਜ਼ਿਆਦਾ ਸੀ, ਇੱਕ ਤਾਂ ਉਹ ਕਾਰਨ ਸੀ। ਦੂਸਰਾ, ਸਟੂਡੈਂਟਸ ਨੇ ਭੇਡ ਚਾਲ ਦੇ ਵਿੱਚ ਕੋਰਸ ਸਿਲੈਕਟ ਕੀਤੇ। ਸਿਲੈਕਸ਼ਨ ਆਫ ਕੋਰਸ ਦਾ 5.5 ਬੈਂਡ ਵਾਲੇ ਦੇ ਨਾਲ ਕੀ ਸੰਬੰਧ ਹੈ ਜੀ? ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਨੂੰ ਇਹ ਚੀਜ਼ ਦੱਸੀ ਜਾਏ ਕਿ ਜਿਹੜਾ ਬੈਕਲੌਗ ਸੀਗਾ ਉਹ ਹੁਣ ਕਲੀਅਰ ਹੁੰਦਾ ਦਿਸ ਰਿਹਾ ਹੈ। ਉਸ ਦਾ ਕਾਰਨ ਕੀ ਹੈ? ਬੈਕਲੌਗ ਕਲੀਅਰ ਕਿਸ ਤਰੀਕੇ ਨਾਲ ਹੋ ਰਿਹਾ ਹੈ ਕਿ ਜਿਹੜਾ ਕੈਨੇਡਾ ਦਾ ਅਸੀਂ ਕਹਿ ਲਈਏ ਇਮੀਗ੍ਰੇਸ਼ਨ ਆਫਿਸਰ ਸ਼ੌਨ ਫਰੇਜ਼ਰ ਨੇ, ਉਹਨਾਂ ਨੇ 2021 ਦੇ ਵਿੱਚ $85 ਮਿਲੀਅਨ ਦਾ ਜਿਹੜਾ ਬਜਟ ਪਾਸ ਕੀਤਾ ਹੈ ਪ੍ਰੋਸੈਸਿੰਗ ਫਾਸਟ ਕਰਨ ਵਾਸਤੇ। ਸੋ ਜਿਹੜੀ ਪ੍ਰੋਸੈਸਿੰਗ ਹੈ ਉਹ ਕਾਫੀ ਫਾਸਟ ਹੋ ਚੁੱਕੀ ਹੈ, ਜਿਹਦੇ ਅੰਦਰ ਉਹਨਾਂ ਨੇ 500 ਤੋਂ ਜ਼ਿਆਦਾ ਜਿਹੜੇ ਇੰਪਲੋਈਜ਼ ਹਾਇਰ ਕੀਤੇ। ਉਸ ਤੋਂ ਇਲਾਵਾ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਬੱਚੇ ਕਈ ਵਾਰੀ ਕਾਫੀ ਕਨਫਿਊਜ਼ ਹੋ ਜਾਂਦੇ ਨੇ, ਕਾਫੀ ਘਬਰਾ ਜਾਂਦੇ ਨੇ ਕਿ ਕਿਤੇ ਇਸ ਤਰ੍ਹਾਂ ਦਾ ਸਿਸਟਮ ਤਾਂ ਨਹੀਂ ਆ ਗਿਆ ਜਿਹੜਾ ਸਾਡੇ ਫਾਈਲਸ ਦੇ ਉੱਪਰ ਡਿਸੀਜ਼ਨ ਲਊਗਾ। ਸੋ ਇਹਦੇ ਵਿੱਚ ਵੀ ਇਹ ਚੀਜ਼ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਐਲੀਜੀਬਿਲਿਟੀ ਕ੍ਰਾਈਟੇਰੀਆ ਜਸਟ ਉਹੀ ਜਿਹੜਾ ਚੈੱਕ ਕੀਤਾ ਜਾਊਗਾ। ਉਸ ਤੋਂ ਇਲਾਵਾ ਜਿਹੜਾ ਫਾਈਨਲ ਡਿਸੀਜ਼ਨ ਹੈ ਉਹ ਇੱਕ ਇਮੀਗ੍ਰੇਸ਼ਨ ਆਫਿਸਰ ਵੱਲੋਂ ਹੀ ਲਿਆ ਜਾਊਗਾ। ਫਾਈਲ ਰਿਫਿਊਜ਼ ਕਰਨੀ ਹੈ, ਇਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹੱਥ ਵੱਸ ਨਹੀਂ ਜੀ। ਅਗਰ ਇਮੀਗ੍ਰੇਸ਼ਨ ਆਫਿਸਰ ਜਿਹੜਾ ਸੈਟਿਸਫਾਈਡ ਹੈ ਤੁਹਾਡੀ ਐਪਲੀਕੇਸ਼ਨ ਨੂੰ ਲੈ ਕੇ, ਸਾਰੀ ਡਾਕੂਮੈਂਟੇਸ਼ਨ ਪ੍ਰੋਪਰ ਤਰੀਕੇ ਨਾਲ ਲੱਗੀ ਹੈ, ਤੇ ਜਿਹੜਾ ਰਿਫਿਊਜ਼ਲ ਨਹੀਂ ਮਿਲਦਾ ਉੱਥੇ ਤੁਹਾਨੂੰ ਅਪਰੂਵਲ ਮਿਲਦਾ ਹੈ। ਰਿਫਿਊਜ਼ ਜਾਂ ਅਪਰੂਵ ਕਰਨਾ ਇਮੀਗ੍ਰੇਸ਼ਨ ਆਫਿਸਰ ਦੇ ਹੱਥ ਵਿੱਚ ਹੁੰਦਾ। ਸੋ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਕਿ 5.5 ਦੇ ਨਾਲ ਤੁਹਾਡਾ ਆਉਣ ਵਾਲੇ ਟਾਈਮ 'ਤੇ ਕੀ ਇੰਪੈਕਟ ਪਏਗਾ, ਕਿ ਇਹ ਜਿਹੜਾ ਬੈਕਲੌਗ ਸੀਗਾ ਉਹਦੇ ਵਿੱਚ ਜਿਹੜੀਆਂ ਜ਼ਿਆਦਾ ਰਿਫਿਊਜ਼ਲਸ ਤਾਂ ਨਹੀਂ ਦੇਖਣੀਆਂ ਪਈਆਂ ਇਸ ਚੀਜ਼ ਨੂੰ ਲੈ ਕੇ। ਸੋ ਪ੍ਰੀਵੀਅਸਲੀ ਅਸੀਂ ਦੇਖਿਆ ਹੈ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਕਿਤੇ ਨਾ ਕਿਤੇ 5.5 ਜਾਂ ਨੌਨ SGS ਦੇ ਉੱਪਰ ਕੁਝ ਨੈਗੇਟਿਵ ਰਿਜ਼ਲਟਸ ਆਏ ਸੀਗੇ। ਪਰ ਜਿੱਦਾਂ ਜਿੱਦਾਂ ਇਹ ਜਿਹੜਾ ਬੈਕਲੌਗ ਕਲੀਅਰ ਹੁੰਦਾ ਜਾ ਰਿਹਾ ਹੈ, ਪੋਜ਼ੀਟਿਵ ਰਿਜ਼ਲਟਸ ਦੇਖਣ ਨੂੰ ਮਿਲ ਰਹੇ ਨੇ। ਫੈਬ ਦੇ ਵਿੱਚ ਕਾਫੀ PPRs ਆਈਆਂ ਨੇ ਸਟੂਡੈਂਟਸ ਦੀਆਂ, ਤੇ ਜਿਹੜੇ ਸਟੂਡੈਂਟਸ ਹੁਣ ਸੋਚ ਰਹੇ ਨੇ ਉਹਨਾਂ ਨੇ ਅੱਗੇ ਮਈ ਜਾਂ ਸਤੰਬਰ ਇਨਟੇਕ ਵਾਸਤੇ ਆਪਣੀਆਂ ਐਪਲੀਕੇਸ਼ਨਸ ਲਗਾਉਣੀਆਂ। ਇਸ ਚੀਜ਼ ਦਾ ਖਾਸ ਤੌਰ 'ਤੇ ਧਿਆਨ ਰੱਖਣ ਕਿ ਜਿਹੜਾ ਉਹਨਾਂ ਦਾ ਕੋਰਸ ਆ ਪ੍ਰੋਪਰ ਤਰੀਕੇ ਨਾਲ ਚੂਜ਼ ਕੀਤਾ ਗਿਆ ਹੋਵੇ, ਰੈਲੀਵੈਂਟ ਹੋਵੇ, ਸਹੀ ਤਰੀਕੇ ਨਾਲ ਉਸ ਨੂੰ
ਅੱਗੇ ਰਿਪਰੈਜ਼ੈਂਟ ਕੀਤਾ ਗਿਆ ਹੋਵੇ, ਜਿਹੜਾ ਰੈਲੀਵੈਂਸੀ ਜਿਹੜੀ ਕੋਰਸ ਦੀ ਉਹ ਹੋਣੀ ਬਹੁਤ ਜ਼ਰੂਰੀ ਹੈ। ਅਗਰ 5.5 ਦੇ ਸਕੋਰ ਨਾਲ ਤੁਸੀਂ ਆਪਣੇ ਜਿਹੜੇ ਕੋਰਸ ਨੂੰ ਜਿਹੜਾ ਚੰਗੀ ਤਰੀਕੇ ਨਾਲ ਚੂਜ਼ ਕੀਤਾ ਹੈ, ਉਹਦੇ ਜਿਹੜਾ ਕੰਟੈਂਟ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ, ਸੋ ਤੁਹਾਨੂੰ ਜਿਹੜਾ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲ ਸਕਦਾ ਹੈ। ਸੋ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖੋ ਕਿ ਜਸਟ ਕੁਝ ਪਰਟੀਕੂਲਰ ਕੋਰਸ ਹੀ ਨਹੀਂ, ਤੁਹਾਡੇ ਵਾਸਤੇ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨੇ। ਤੁਹਾਨੂੰ ਭੇਡ ਚਾਲ ਫੋਲੋ ਕਰਨ ਦੀ ਲੋੜ ਨਹੀਂ, ਕਿਉਂਕਿ ਏਜੰਟਸ ਦੇ ਨੇ ਬਹੁਤ ਥੋੜੇ ਕੋਰਸਿਸ ਦੀ ਜਿਹੜੀ ਚੋਇਸ ਤੁਹਾਡੇ ਅੱਗੇ ਰੱਖਦੇ ਨੇ। ਕਾਰਨ ਕੀ ਹੁੰਦਾ, ਕਿਤੇ ਨਾ ਕਿਤੇ ਅਸੀਂ ਇਸ ਚੀਜ਼ ਨੂੰ ਵੀ ਕਹਿ ਸਕਦੇ ਕਿ ਕੁਝ ਕਾਲਜਿਸ ਦੇ ਨਾਲ ਉਹਨਾਂ ਦੇ ਟਾਈ ਅਪਸ ਹੁੰਦੇ ਨੇ, ਜਿਹਦੇ ਵਿੱਚ ਉਹਨਾਂ ਨੂੰ ਕਮਿਸ਼ਨ ਮਿਲਣੀ ਹੁੰਦੀ ਹੈ। ਸੋ ਸਟੂਡੈਂਟਸ ਨੂੰ ਮਿਸਗਾਈਡ ਕੀਤਾ ਜਾਂਦਾ, ਉਹਨਾਂ ਨੂੰ ਤਰੀਕੇ ਨਾਲ ਦੱਸਿਆ ਨਹੀਂ ਜਾਂਦਾ ਕਿ ਜਿਹੜੇ ਤੁਹਾਡੇ ਕੋਰਸ ਤੁਸੀਂ ਚੂਜ਼ ਕਰਨ ਜਾ ਰਹੇ ਹੋ, ਉਸ ਤੋਂ ਇਲਾਵਾ ਵੀ ਚੰਗੀਆਂ ਆਪਸ਼ਨਸ ਅਵੇਲੇਬਲ ਨੇ, ਜਿਸ ਤੋਂ ਬਾਅਦ ਵਿੱਚ ਤੁਸੀਂ ਕੈਨੇਡਾ 'ਚ ਜਾ ਕੇ ਬੜੇ ਈਜ਼ੀਲੀ ਪੱਕੇ ਹੋ ਸਕਦੇ ਹੋ। ਤੁਸੀਂ PNP ਥਰੂ ਪੱਕੇ ਹੋ ਸਕਦੇ ਹੋ। ਇੱਕ ਛੋਟੀ ਐਗਜ਼ਾਮਪਲ ਦੇਣੀ ਚਾਹੂੰਗੀ ਕਿ ਜਿਸ ਤਰ੍ਹਾਂ ਇਸ ਟਾਈਮ ਤੇ ਮਈ ਇਨਟੇਕ ਵਾਸਤੇ ਹੰਬਰ ਕਾਲਜ ਵੀ ਓਪਨ ਹੈ, ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਕੁਝ ਕਾਲਜਿਸ ਨੇ ਵੈਲਡਰ ਟੈਕਨੀਕਸ ਨੂੰ ਲੈ ਕੇ, ਪਲੰਬਰ ਟੈਕਨੀਕਸ ਨੂੰ ਲੈ ਕੇ, ਇਹ ਕੁਝ ਇਦਾਂ ਦੀਆਂ ਆਕੂਪੇਸ਼ਨਸ ਨੇ ਜਿਹੜੀਆਂ ਹਾਈਲੀ ਡਿਮਾਂਡ ਦੇ ਵਿੱਚ ਰਹਿੰਦੀਆਂ। ਸੋ ਅਗਰ ਤੁਸੀਂ ਇਹਨਾਂ ਦੇ ਵਿੱਚ ਵੀ ਟਰਾਈ ਕਰਦੇ ਹੋ, ਉਸ ਤੋਂ ਬਾਅਦ ਵਿੱਚ ਤੁਸੀਂ ਅਗਰ ਕੈਨੇਡਾ ਜਾਂਦੇ ਹੋ ਤਾਂ ਉੱਥੇ ਤੁਸੀਂ PNP ਥਰੂ ਬਹੁਤ ਈਜ਼ੀਲੀ ਪੱਕੇ ਹੋ ਸਕਦੇ ਹੋ। ਸੋ ਇਸ ਤਰੀਕੇ ਨਾਲ ਅਗਰ ਤਾਂ ਤੁਸੀਂ ਆਪਣਾ ਜਿਹੜਾ ਕੋਰਸ ਹੈ ਸਹੀ ਤਰੀਕੇ ਨਾਲ ਚੂਜ਼ ਕੀਤਾ ਹੈ, ਦੂਜੇ ਪਾਸੇ ਤੁਹਾਡੇ PNP ਪ੍ਰੋਗਰਾਮ ਨੇ ਉਹਨਾਂ ਚੋਂ ਇੱਕ ਚੋਂ 5.5 ਵਾਲੇ ਵੀ ਜਾ ਸਕਦੇ ਆ। ਜੀ ਬਿਲਕੁਲ, ਕਿਉਂਕਿ ਦੇਖੋ PNP ਦੇ ਵਿੱਚ ਤੁਸੀਂ ਉੱਥੇ ਜਾਣ ਤੋਂ ਬਾਅਦ ਪੱਕੇ ਹੋਣਾ, ਇੱਥੋਂ ਜਾਣਾ, ਉਸ ਤੋਂ ਬਾਅਦ ਵਿੱਚ ਉੱਥੇ ਇਹ ਡਿਪੈਂਡ ਕਰਦਾ ਤੁਸੀਂ ਕੋਰਸ ਕਿਹੜਾ ਚੂਜ਼ ਕੀਤਾ। ਅਗਰ ਤਾਂ ਤੁਸੀਂ ਸਹੀ ਕੋਰਸ ਚੂਜ਼ ਕੀਤਾ ਹੈ, PNP ਦੇ ਅੰਦਰ ਕੁਝ ਸਟਰੀਮਸ ਹੁੰਦੀਆਂ ਨੇ, ਜਿਸ ਤਰ੍ਹਾਂ ਆਕੂਪੇਸ਼ਨ ਇਨ ਡਿਮਾਂਡ, ਜਿਹਦੇ ਵਿੱਚ ਇੱਕ ਪ੍ਰੋਪਰ ਲਿਸਟ ਹੁੰਦੀ ਹੈ ਕਿ ਇਹ ਜਿਹੜੀਆਂ ਆਕੂਪੇਸ਼ਨਸ ਨੇ ਕਾਫੀ ਹਾਈਲੀ ਡਿਮਾਂਡ ਦੇ ਵਿੱਚ ਨੇ ਇਸ PNP ਦੇ ਅੰਦਰ, ਇਸ ਪ੍ਰੋਵਿੰਸ ਦੇ ਅੰਦਰ। ਅਗਰ ਤੁਸੀਂ ਇਸ ਨਾਲ ਰਿਲੇਟਡ ਆਪਣੀ ਐਜੂਕੇਸ਼ਨ ਲਈ ਹੈ, ਕਿਉਂਕਿ ਐਜੂਕੇਸ਼ਨ ਲੈਣ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ, ਜਿਹੜਾ ਨੂੰ ਆਪਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਹਿੰਦੇ ਆ, ਉਹ ਮਿਲਦਾ। ਸੋ ਤੁਹਾਡੇ ਕੋਲ ਉਹਦੇ ਨਾਲ ਰਿਲੇਟਡ ਵਰਕ ਐਕਸਪੀਰੀਅੰਸ ਬਣਦਾ। ਸੋ ਉਸ ਤੋਂ ਬਾਅਦ ਵਿੱਚ ਤੁਸੀਂ ਉਸ ਪ੍ਰੋਵਿੰਸ ਦੇ ਵਿੱਚ ਉਹਦੇ ਬੇਸਿਸ ਤੇ ਆਪਣੇ ਪੁਆਇੰਟਸ ਮੇਕ ਕਰਦੇ ਹੋ। ਅਗਰ ਤੁਸੀਂ ਕੁਆਲੀਫਾਈ ਹੁੰਦੇ ਹੋ ਤਾਂ ਤੁਸੀਂ ਉੱਥੇ PNP ਥਰੂ ਆਪਣੀ PR ਹਾਸਲ ਕਰਦੇ ਹੋ। ਬਿਲਕੁਲ ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਗੱਲਾਂ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਕਰ ਰਹੇ ਨੇ ਅਜਿੰਦਰਬੀਰ ਕੌਰ ਗਿੱਲ ਜੀ। ਅਜਿੰਦਰਬੀਰ ਕੌਰ ਜੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਕਿ ਇਹ ਤਾਂ ਗੱਲ ਚਲੋ ਹੋ ਗਈ ਕਿ ਸਟੂਡੈਂਟ ਭੇਡ ਚਾਲ ਤੋਂ ਬਚਣ, ਤੁਸੀਂ ਇਹ ਵੀ ਦੱਸਿਆ, ਟਾਰਗੇਟ ਵੀ ਦੱਸਿਆ ਕੈਨੇਡਾ ਦਾ। ਇਸ ਤੋਂ ਇਲਾਵਾ ਹੋਰ ਕਿਹੜੇ ਫੈਕਟਰਸ ਨੇ ਜਿਹੜੇ ਇਨਫਲੂਐਂਸ ਕਰਨਗੇ? ਤੁਹਾਡੀ ਕਵਰਿੰਗ ਲੈਟਰ, ਸਬਮਿਸ਼ਨ ਲੈਟਰ ਵੀ ਹੋਗੀ, ਹੁਣ ਹੋਰ ਕਿਹੜੇ ਫੈਕਟਰ ਨੇ ਜਿਹੜੇ ਇਨਫਲੂਐਂਸ ਕਰਨਗੇ ਆਉਂਦੇ ਇਨਟੇਕਸ ਦੇ ਵਿੱਚ? ਜੀ ਦੇਖੋ, ਆਉਣ ਵਾਲੇ ਇਨਟੇਕਸ ਦੇ ਵਿੱਚ ਅਗਰ ਤਾਂ ਬੱਚਾ ਡਿਪੈਂਡ ਕਰਦਾ ਕਿ ਫਰੈਸ਼ ਫਾਈਲ ਲਗਾਉਣ ਜਾ ਰਿਹਾ ਹੈ ਜਾਂ ਰਿਫਿਊਜ਼ਡ ਕੇਸ ਹੈ। ਅਗਰ ਤਾਂ ਫਰੈਸ਼ ਫਾਈਲ ਲਗਾਉਣ ਜਾ ਰਿਹਾ, ਸਭ ਤੋਂ ਪਹਿਲਾਂ ਸਟੂਡੈਂਟਸ ਇਸ ਗੱਲ ਦਾ ਧਿਆਨ ਰੱਖਣ ਕਿ ਜਿਹੜਾ ਤੁਹਾਡਾ ਇੱਕ ਰਿਪਰੈਜ਼ੈਂਟੇਟਿਵ ਆ ਉਹ ਸਹੀ, ਉਸ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਅਗਰ ਰਿਪਰੈਜ਼ੈਂਟੇਟਿਵ ਸਹੀ ਹੈ ਤੇ ਉਸਨੇ ਤੁਹਾਨੂੰ ਸਹੀ ਸਲਾਹ ਦੇਣੀ ਹੈ, ਤੁਹਾਡੀ ਜਿਹੜੀ ਪ੍ਰੋਪਰ ਤਰੀਕੇ ਨਾਲ ਜਿਹੜੇ ਡਾਕੂਮੈਂਟਸ ਲੱਗਣਗੇ, ਕਿਸੇ ਤਰੀਕੇ ਦੀ ਵਿੱਚ ਕਮੀ ਨਹੀਂ ਰਹੇਗੀ। ਅਗਰ ਰਿਫਿਊਜ਼ਡ ਕੇਸ ਆ, ਉਸ ਨੂੰ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਰਿਫਿਊਜ਼ਲ ਦਾ ਕਾਰਨ ਕੀ ਸੀ। ਰਿਫਿਊਜ਼ਲ ਦਾ ਕਾਰਨ ਅਸੀਂ ਨੋਟਸ ਕਢਵਾ ਕੇ ਪਤਾ ਕਰਦੇ ਹਾਂ। ਹੁਣ ਇਹਦੇ ਵਿੱਚ ਵੀ ਅਸੀਂ ਕਹਿੰਦੇ ਹੁੰਦੇ ਹਾਂ ਸਟੂਡੈਂਟਸ ਨੂੰ ਕਿ ਅਗਰ ਤੁਹਾਡੇ ਕੋਲ ਜਿਹੜੀ ਐਪਲੀਕੇਸ਼ਨ ਲੱਗੀ ਹੈ ਉਸ ਦੀ ਕਾਪੀ ਲੈ ਕੇ ਰੱਖੋ, ਕਿਉਂਕਿ ਇਹ ਮੈਂਡੇਟਰੀ ਹੈ, ਤੁਹਾਡਾ ਹੱਕ ਹੈ, ਤੁਹਾਡੇ ਕੋਲ ਤੁਹਾਡੀ ਏਜੰਟ ਵੱਲੋਂ ਦਿੱਤੀ ਗਈ ਕਾਪੀ ਹੋਣੀ ਜ਼ਰੂਰੀ ਹੈ। ਅਗਰ ਨਹੀਂ ਹੈ ਤਾਂ ਉਸ ਤੋਂ ਇਲਾਵਾ ਅਸੀਂ ਜਦੋਂ ਕਾਰਨ ਪਤਾ ਕਰਨ ਤੋਂ ਬਾਅਦ ਚੀਜ਼ਾਂ ਨੂੰ ਰੈਕਟੀਫਾਈ ਕਰਕੇ, ਚੀਜ਼ਾਂ ਨੂੰ ਇੰਪਰੂਵ ਕਰਕੇ ਉਸ ਕੰਪਲੀਟ ਐਪਲੀਕੇਸ਼ਨ ਨੂੰ ਦੁਬਾਰਾ ਨੈਕਸਟ ਇਨਟੇਕ ਵਾਸਤੇ ਲਗਾਉਂਦੇ ਆ। ਅਗਰ ਤਾਂ ਕਿਸੇ ਤਰੀਕੇ ਨਾਲ ਲੈਂਗੁਏਜ ਪ੍ਰੋਫੀਸ਼ੀਐਂਸੀ 'ਚ ਕਮੀ ਸੀ, ਉਸ ਨੂੰ ਸੁਧਾਰ ਕਰਵਾਇਆ ਜਾਂਦਾ। ਜੇ ਫੰਡਸ ਘੱਟ ਲੱਗੇ ਨੇ, ਉਸ ਨੂੰ ਸੁਧਾਰ ਕਰਾਇਆ ਜਾਂਦਾ। ਹੁਣ ਵਰਕ ਐਕਸਪੀਰੀਅੰਸ ਦਾ ਵੀ ਇੱਕ ਕਈ ਵਾਰੀ ਜਿਹੜਾ ਗੈਪ ਹੁੰਦਾ, ਉਹਨੂੰ ਪ੍ਰੋਪਰ ਤਰੀਕੇ ਨਾਲ ਜਸਟੀਫਾਈ ਨਾ ਕੀਤਾ ਹੋਣਾ ਵੀ ਬੜੀ ਵੱਡੀ ਮਿਸਟੇਕ ਮੰਨੀ ਜਾਂਦੀ ਹੈ। ਸੋ ਟਾਈਮ ਨੂੰ ਬਰਬਾਦ ਕਰਨ ਦੀ ਥਾਂ ਤੇ ਉਸ ਟਾਈਮ ਨੂੰ ਯੂਟਿਲਾਈਜ਼ ਕਰਨਾ ਚਾਹੀਦਾ। ਜਿਹੜਾ ਗੈਪ ਆ ਉਹ ਕਦੀ ਵੀ ਨਹੀਂ ਪੈਣਾ ਚਾਹੀਦਾ, ਕਿਉਂਕਿ ਦੇਖੋ ਇੱਕ ਕੁਛ ਟਾਈਮ ਦਾ ਗੈਪ, ਜਿਹੜਾ ਸਾਲ 1.5 ਸਾਲ ਦਾ ਗੈਪ ਆ, ਉਹ ਅਸੀਂ ਲਿਖ ਕੇ ਵੀ ਦੱਸ ਸਕਦੇ ਹਾਂ ਕਿ ਅਸੀਂ ਇਸ ਟਾਈਮ ਦੇ ਵਿੱਚ ਕੋਈ ਲੈਂਗੁਏਜ ਪ੍ਰੋਫੀਸ਼ੀਐਂਸੀ 'ਤੇ ਵਰਕ ਕੀਤਾ, ਜਾਂ ਕਿਉਂਕਿ ਇੰਨਾ ਕੁ ਚੀਜ਼ ਜਿਹੜੀ ਐਕਸੈਪਟ ਕੀਤੀ ਜਾਂਦੀ ਹੈ। ਪਰ ਜੇਕਰ ਜ਼ਿਆਦਾ ਗੈਪ ਆ, ਜੇ ਤੁਸੀਂ ਸੋਚਦੇ ਹੋ ਕਿ ਜਸਟ SOP ਦੇ ਵਿੱਚ ਅਸੀਂ ਉਹਨੂੰ ਲਿਖ ਕੇ ਦੱਸ ਦਾਂਗੇ ਤੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹ ਸੈਟਿਸਫਾਈਡ ਹੋ ਜਾਏਗਾ, ਉਹ ਬਿਲਕੁਲ ਨਹੀਂ ਹੋਏਗਾ। ਤੁਹਾਨੂੰ ਨਾਲ ਪੁਖਤਾ ਐਵੀਡੈਂਸ ਲਗਾਉਣੇ ਬਹੁਤ ਜ਼ਰੂਰੀ ਨੇ ਕਿ ਉਸ ਟਾਈਮ ਦੇ ਵਿੱਚ ਤੁਸੀਂ ਕੀ ਕੀਤਾ। ਸੋ ਇਹ ਕਾਫੀ ਚੀਜ਼ਾਂ ਨੇ ਜਿਹੜੀਆਂ ਅਗਰ ਫਰੈਸ਼ ਜਾਂ ਰਿਫਿਊਜ਼ ਕੇਸ ਆ, ਉਹ 'ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਉਸੇ ਅਕੋਰਡਿੰਗ ਹੀ ਚੈੱਕਲਿਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਸਾਨੂੰ ਕਿਸ ਤਰੀਕੇ ਨਾਲ ਡਾਕੂਮੈਂਟਸ ਚਾਹੀਦੇ ਨੇ, ਤਾਂ ਕਿ ਅਸੀਂ ਤੁਹਾਨੂੰ ਜਿਹੜੀ ਤੁਹਾਡੀ ਫਾਈਲ ਦੇ ਉੱਪਰ ਹੈ ਇੱਕ ਪੋਜ਼ਿਟਿਵ ਰਿਜ਼ਲਟ ਲੈ ਕੇ ਆਉਂਦਾ ਜਾ ਸਕੇ। ਬਿਲਕੁਲ ਠੀਕ ਹੈ। ਅੱਛਾ, ਇੱਕ ਪਛਾਣ ਵੀ ਮੈਨੂੰ ਦੱਸੋ, CICC ਮੈਂਬਰ ਦੀ ਪਛਾਣ ਸਟੂਡੈਂਟ ਕਿਵੇਂ ਕਰਨ? ਜੀ ਇਹ ਵੀ ਗੱਲ ਨਾਲ ਦੱਸ ਦਿਓ। ਅਗਰ ਪਹਿਲਾਂ ਕਿਸੇ ਸਟੂਡੈਂਟ ਨੇ, ਰਿਫਿਊਜ਼ਲ ਵਾਲੇ ਨੇ, ਉਹਨਾਂ ਨੇ ਕਿਸੇ ਸਧਾਰਨ ਏਜੰਟ ਦੇ ਜ਼ਰੀਏ ਸਲਾਹ ਮਸ਼ਵਰਾ ਕਰਕੇ
ਖੁਦ ਫਾਈਲ ਲਗਾਈ ਹੈ, ਕਿ ਹੁਣ ਉਹ ਤੁਹਾਡੇ ਜ਼ਰੀਏ ਫਾਈਲ ਲਗਾ ਸਕਦੇ? ਜੀ ਬਿਲਕੁਲ ਲਗਾ ਸਕਦੇ ਨੇ। ਇਹ ਚੀਜ਼ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਪਹਿਲੀ ਜਿਹੜੀ ਰਿਫਿਊਜ਼ਲ ਦਾ ਸਾਹਮਣਾ ਹੀ ਤਾਂ ਕਰਨ ਨੂੰ ਆਉਂਦਾ ਹੈ, ਕਿਉਂਕਿ ਅਗਰ ਤੁਸੀਂ ਕਿਸੇ ਅਨਆਥੋਰਾਈਜ਼ਡ ਇਨਸਾਨ ਜਾਂ ਜਿਹੜੇ ਅਸੀਂ ਏਜੰਟਸ ਕਹਿ ਰਹੇ ਆ ਉਹਨਾਂ ਦੇ ਕੋਲੋਂ ਐਪਲੀਕੇਸ਼ਨ ਲਗਵਾ ਰਹੇ ਹੋ, ਤੇ ਇੱਕ ਲਾਇਸੈਂਸਡ ਬੰਦੇ ਕੋਲੋਂ ਐਪਲੀਕੇਸ਼ਨ ਲਗਵਾਉਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਨੂੰ ਮੈਂ ਬਾਰ-ਬਾਰ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਜਾਣ ਤੋਂ ਪਹਿਲੇ, ਕਿਸੇ ਵੀ ਰਿਪਰੈਜ਼ੈਂਟੇਟਿਵ ਨੂੰ ਹਾਇਰ ਕਰਨ ਤੋਂ ਪਹਿਲੇ ਘਰੇ ਬੈਠੇ ਗੂਗਲ ਕਰਿਆ ਕਰੋ। ਇੱਕ ਛੋਟਾ ਜਿਹਾ ਘਰੇ ਬੈਠੇ ਛੋਟੀ ਜਿਹੀ ਪ੍ਰੈਕਟਿਸ ਆ, ਜਸਟ ਗੂਗਲ ਤੇ ਜਾ ਕੇ college-ic.ca ਦੀ ਵੈਬਸਾਈਟ ਤੇ ਜਾਇਆ ਕਰੋ। ਜੇ ਤੁਹਾਨੂੰ ਇਹ ਔਖਾ ਲੱਗਦਾ ਤੁਸੀਂ CICC ਨਾਲ ਇਮੀਗ੍ਰੇਸ਼ਨ ਲਿਖ ਸਕਦੇ ਹੋ, ਤੁਸੀਂ ਡਾਇਰੈਕਟਲੀ CICC ਦੀ ਵੈਬਸਾਈਟ ਤੇ ਪਹੁੰਚ ਜਾਓਗੇ। ਉੱਥੇ ਜਾ ਕੇ ਤੁਸੀਂ ਵੈਰੀਫਾਈ ਯੋਰ ਕੰਸਲਟੈਂਟ ਦਾ ਨਾਮ ਦਾ ਇੱਕ ਕਾਲਮ ਹੈ, ਤੁਸੀਂ ਉਸ ਨੂੰ ਕਲਿੱਕ ਕਰਨਾ ਹੈ, ਜਿਹਦੇ ਵਿੱਚ ਬਕਾਇਦਾ ਦੱਸਿਆ ਹੋਇਆ ਕਿ ਪਬਲਿਕ ਰਜਿਸਟਰ ਇਸ਼ੂ ਕੀਤਾ ਗਿਆ ਆ CICC ਵੱਲੋਂ, ਜਿਹਦੇ ਵਿੱਚ ਅਗਰ ਤਾਂ ਤੁਹਾਡਾ ਰਿਪਰੈਜ਼ੈਂਟੇਟਿਵ ਜਿਹੜਾ ਆਥੋਰਾਈਜ਼ਡ ਹੈ ਤੁਸੀਂ ਉਸ ਦਾ ਨਾਮ ਭਰ ਸਕਦੇ ਹੋ। ਕਿਸੇ ਵੀ ਤੁਹਾਨੂੰ ਰਿਪਰੈਜ਼ੈਂਟੇਟਿਵ ਦਾ ਨਾਮ ਪਤਾ ਹੈ, ਤੁਸੀਂ ਕਿਸੇ ਏਜੰਟ ਦਾ ਨਾਮ ਜਾਣਦੇ ਹੋ, ਤੁਸੀਂ ਉਸ ਦਾ ਨਾਮ ਭਰੋ। ਨਾਮ ਨਹੀਂ ਪਤਾ ਤੇ ਉਸ ਦੀ ਲੋਕੇਸ਼ਨ ਭਰ ਸਕਦੇ ਹੋ, ਉਸ ਦਾ ਲਾਇਸੈਂਸ ਨੰਬਰ ਭਰ ਸਕਦੇ ਹੋ। ਸੋ ਇਹ ਕੁਝ ਚੀਜ਼ਾਂ ਨੇ, ਅਗਰ ਤੁਸੀਂ ਉੱਥੇ ਭਰਦੇ ਹੋ ਤੇ ਅਪੀਅਰ ਹੁੰਦੀਆਂ ਨੇ, ਦੈਟ ਮੀਨਸ ਕਿ ਉਹ ਇਨਸਾਨ ਜਿਹੜਾ ਐਕਟਿਵ ਮੈਂਬਰ ਹੈਗਾ, ਰਿਪਰੈਜ਼ੈਂਟੇਟਿਵ ਹੈਗਾ, ਉਹਦੇ ਕੋਲ ਅਥਾਰਟੀ ਹੈ ਤੁਹਾਨੂੰ IRCC ਅੱਗੇ ਰਿਪਰੈਜ਼ੈਂਟ ਕਰਨ ਦੀ। ਅਗਰ ਨਹੀਂ ਹੈ, ਹਾਂ ਕਈ ਵਾਰੀ ਅਸੀਂ ਦੇਖਿਆ ਕਿ ਕੁਝ ਏਜੰਟਸ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ CICC ਮੈਂਬਰਸ ਦੇ ਨਾਲ ਟਾਈ ਅਪਸ ਨੇ। ਸੋ ਉਹ ਕਿੱਦਾਂ ਪਤਾ ਲੱਗੇ? ਉਹਦੇ ਵਿੱਚ ਸਪੈਸੀਫਿਕਲੀ ਉਹਨਾਂ ਨੇ ਇੱਕ ਕਾਲਮ ਏਜੰਟਸ ਦੇ ਨਾਮ ਤੋਂ ਦਿੱਤਾ ਹੈ। ਏਜੰਟਸ ਦੇ ਨਾਮ ਦੇ ਉੱਪਰ ਅਗਰ ਤਾਂ ਉਹਨਾਂ ਦੀ ਕੰਪਨੀ ਦਾ ਨਾਮ ਅਪੀਅਰ ਹੁੰਦਾ ਹੈ ਜਾਂ ਉਸ ਏਜੰਟ ਦਾ ਨਾਮ ਅਪੀਅਰ ਹੁੰਦਾ ਹੈ, ਦੈਟ ਮੀਨਸ ਕਿ ਉਹਨਾਂ ਦੇ ਨਾਲ ਟਾਈ ਅਪਸ ਹੈ। ਟਾਈ ਅਪਸ ਇਨ ਸੈਂਸ ਕਿ ਜਿਹੜਾ ਮੇਨ ਹੱਕ ਜਿਹੜਾ ਉਹ CIC ਮੈਂਬਰ ਕੋਲ ਹੁੰਦਾ ਹੈ, ਤੇ ਉਹ ਏਜੰਟਸ ਨੂੰ ਅੱਗੇ ਜਿਹੜੇ ਆ ਗਾਈਡ ਕਰਦੇ ਨੇ, ਐਡਵਾਈਸ ਕਰਦੇ ਨੇ ਪ੍ਰੋਪਰ ਤਰੀਕੇ ਨਾਲ, ਤੇ ਉਹ ਅੱਗੇ ਕਲਾਇੰਟਸ ਨਾਲ ਡੀਲ ਕਰਦੇ ਨੇ। ਸੋ ਇਹ ਅਗਰ ਚੀਜ਼ਾਂ ਉੱਥੇ ਆ ਰਹੀਆਂ ਨੇ, ਅਗਰ ਏਜੰਟਸ ਦਾ ਨਾਮ ਜਾਂ ਕੰਪਨੀ ਦਾ ਨਾਮ ਆ ਰਿਹਾ ਤਾਂ ਹੀ ਤੁਸੀਂ ਇਸ ਚੀਜ਼ ਨੂੰ ਮੰਨਣਾ ਕਿ ਉਹਨਾਂ ਦੇ ਟਾਈ ਅਪਸ ਹੈ। ਜੇ ਨਹੀਂ ਆ ਰਿਹਾ ਸੋ ਦੈਟ ਮੀਨਸ ਕਿ ਉਹ ਤੁਹਾਡੇ ਨਾਲ ਗਲਤ ਤਰੀਕੇ ਨਾਲ ਜਾ ਰਹੇ ਨੇ, ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਜਿਹੜਾ ਟਾਈ ਅਪ ਨਹੀਂ ਹੈ। ਸੋ ਇਹ ਬਹੁਤ ਈਜ਼ੀ ਵੇ ਹੈ, ਬਹੁਤ ਛੋਟੀ ਜਿਹੀ ਪ੍ਰੈਕਟਿਸ ਹੈ ਜਿਹੜੀ ਬੜੇ ਤਰੀਕੇ ਨਾਲ ਸਟੂਡੈਂਟਸ ਘਰੇ ਬੈਠੇ, ਉਹਨਾਂ ਦੇ ਪੇਰੈਂਟਸ ਘਰੇ ਬੈਠੇ ਕਿਸੇ ਰਿਪਰੈਜ਼ੈਂਟੇਟਿਵ ਤੋਂ ਜਾਂ ਕੰਸਲਟੈਂਟ ਦੇ ਕੋਲ ਜਾਣ ਤੋਂ ਪਹਿਲੇ ਘਰੇ ਬੈਠੇ ਚੀਜ਼ ਪਰਖ ਸਕਦੇ ਨੇ। ਕਿਉਂਕਿ ਕਈ ਵਾਰੀ ਉਹ ਹੈਜ਼ਿਟੇਸ਼ਨ ਫੀਲ ਕਰਦੇ ਨੇ ਡਾਇਰੈਕਟਲੀ ਪੁੱਛਣ ਤੋਂ। ਸੋ ਡਾਇਰੈਕਟਲੀ ਪੁੱਛਣ ਦੀ ਬਜਾਏ ਅਗਰ ਤੁਸੀਂ ਘਰੇ ਬੈਠੇ ਚੀਜ਼ ਨੂੰ ਜਾਂਚ ਲਓ ਤਾਂ ਤੁਹਾਡੇ ਲਈ ਹੋਰ ਵੀ ਈਜ਼ੀ ਹੋ ਜਾਂਦਾ ਹੈ। ਬਿਲਕੁਲ ਜੀ, ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਅਜਿੰਦਰਬੀਰ ਕੌਰ ਗਿੱਲ ਜੀ ਨੇ। ਔਰ ਹੁਣ ਇਸ ਵਕਤ ਮੈਂ ਤੁਹਾਡੇ ਤੋਂ ਆਖਰੀ ਸਵਾਲ ਇਹ ਪੁੱਛੂੰਗਾ ਇਸ ਪ੍ਰੋਗਰਾਮ 'ਚ, ਜਿਹੜੇ ਸਟੂਡੈਂਟਸ ਪਹਿਲਾਂ ਰਿਫਿਊਜ਼ਲ ਲੈ ਗਏ, ਉਹਨਾਂ ਦਾ ਕੋਰਸ ਮਿਸਮੈਚ ਸੀ, ਭੇਡ ਚਾਲ 'ਚ ਉਹਨਾਂ ਨੇ ਕੋਰਸ ਲਿਆ ਸੀ, ਹੁਣ ਉਹਨਾਂ ਲਈ ਤੁਹਾਡੇ ਕੋਲੇ ਆਪਸ਼ਨਸ ਹੈ ਅਗਲੇ ਇਨਟੇਕਸ ਦੇ ਲਈ, ਅਜਿਹੇ ਸਟੂਡੈਂਟਸ ਦੇ ਲਈ? ਜੀ ਬਿਲਕੁਲ, ਬਹੁਤ ਸਾਰੀਆਂ ਆਪਸ਼ਨਸ ਨੇ। ਇਹ ਡਿਪੈਂਡ ਕਰਦਾ ਹੈ ਪ੍ਰੋਫਾਈਲ ਟੂ ਪ੍ਰੋਫਾਈਲ ਕਿ ਉਹਨਾਂ ਦਾ ਪ੍ਰੀਵੀਅਸ ਕੋਰਸ ਕੀ ਸੀਗਾ। ਅਗਰ ਕੰਪਲੀਟ ਪ੍ਰੋਫਾਈਲ ਉਹ ਸਾਡੇ ਕੋਲ ਲੈ ਕੇ ਆਉਂਦੇ ਨੇ, ਉਸਨੂੰ ਚੰਗੀ ਤਰੀਕੇ ਨਾਲ ਜਾਂਚ ਪਰਖ ਕੇ ਕਿ ਉਹਨਾਂ ਦਾ ਪ੍ਰੀਵੀਅਸ ਕੋਰਸ ਕੀ ਸੀ ਜਾਂ ਉਹਨਾਂ ਦੀ ਪ੍ਰਾਇੋਰਟੀ ਬੇਸ ਕੋਰਸ ਕਿਹੜਾ ਜਿਹੜਾ ਅੱਗੇ ਉਹ ਚੂਜ਼ ਕਰਨਾ ਚਾਹੁੰਦਾ, ਸੋ ਉਹਨਾਂ ਦੀਆਂ ਸਟਰੈਂਥਸ ਕੀ ਨੇ, ਵੀਕਨੈਸਿਸ ਕੀ ਨੇ, ਸੋ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਅਸੀਂ ਉਹਨਾਂ ਦੇ ਜਿਹੜਾ ਵੀ ਇਨਟੇਕ ਪੋਸੀਬਲ ਹੋਇਆ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗ ਉਹ ਉਹਨਾਂ ਨੂੰ ਸੁਜੈਸਟ ਕੀਤਾ ਜਾਏਗਾ। ਸਟੂਡੈਂਟਸ ਵਾਸਤੇ ਇਸ ਵਾਰੇ ਵੈਸੇ ਵੀ ਬੜੀ ਗੁੱਡ ਨਿਊਜ਼ ਹੈ ਕਿ ਕਿਉਂਕਿ ਕੈਨੇਡਾ ਸਰਕਾਰ ਨੇ ਇਸ ਟਾਈਮ ਤੇ 2022 ਦੇ ਵਿੱਚ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਪੱਕੇ ਕਰਨੇ ਨੇ। ਸੋ ਅਗਰ ਅੰਕੜਿਆਂ ਦੀ ਗੱਲ ਕਰੀਏ, ਨੰਬਰਸ ਦੀ ਗੱਲ ਕਰੀਏ, ਤੇ ਜਿਹੜੇ 4,32,000 ਅਰਾਊਂਡ ਜਿਹੜੇ ਲੋਕੀ ਨੇ ਉਹਨਾਂ ਨੇ PR ਕਰਨੇ, ਜਿਹਦੇ ਵਿੱਚੋਂ ਜਿਹੜੇ 40,000 ਜਿਹੜੇ ਸਟੂਡੈਂਟਸ ਨੇ TR ਟੂ PR ਪਬਲਿਕ ਪੋਲਿਸੀ ਦੇ ਅੰਦਰ ਜਿਹੜੇ ਪੱਕੇ ਹੋਣਗੇ, ਤੇ 80,000 ਦੇ ਅਰਾਊਂਡ ਜਿਹੜੇ PNP ਥਰੂ ਪੱਕੇ ਹੋਣਗੇ। ਸੋ ਇਸੇ ਤਰੀਕੇ ਨਾਲ ਨੈਕਸਟ ਈਅਰ 32,000 ਜਿਹੜੇ ਸਟੂਡੈਂਟਸ ਨੇ TR ਟੂ PR ਜਿਹੜੀ ਪਬਲਿਕ ਪੋਲਿਸੀ ਆ ਉਹਦੇ ਅੰਦਰ ਪੱਕੇ ਹੋਣਾ। ਸੋ ਸਟੂਡੈਂਟਸ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹ ਆਪਣੀਆਂ ਐਪਲੀਕੇਸ਼ਨਸ ਜਿਹੜੀਆਂ ਲਗਾਉਣ, ਇਨਟੇਕ ਮਿਸ ਨਾ ਕਰਨ, ਆਪਣੀ ਡਾਕੂਮੈਂਟੇਸ਼ਨ ਅਗਰ ਕੰਪਲੀਟ ਹੈ, ਆਫਰ ਲੈਟਰ ਤੁਹਾਡੀ ਸਿਕਿਉਰ ਹੈ, ਐਡਮਿਸ਼ਨ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ, ਫਾਈਨੈਂਸ਼ੀਅਲੀ ਤੁਸੀਂ ਸਟਰੋਂਗ ਹੋ, ਤੇ ਤੁਹਾਨੂੰ ਜਲਦੀ ਤੋਂ ਜਲਦੀ ਇਸ ਚੀਜ਼ ਦਾ ਲਾਹਾ ਲੈਣਾ ਚਾਹੀਦਾ ਹੈ। ਕਿਉਂਕਿ ਜਿਹੜਾ ਸਾਲ ਹੈ ਖਤਮ ਹੋਣ ਨੂੰ ਜਾ ਰਿਹਾ, 2022 ਦੇ ਵਿੱਚ ਜਿਹੜੇ ਸਟੂਡੈਂਟਸ ਪੱਕੇ ਹੋਣੇ ਨੇ, ਹੋ ਸਕਦਾ ਉਹਨਾਂ ਦੇ ਵਿੱਚ ਤੁਹਾਡਾ ਨਾਮ ਵੀ ਹੋਵੇ। ਬਿਲਕੁਲ ਜੀ, ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਇਸ ਸ਼ੋਅ ਦੇ ਵਿੱਚ ਆਈ ਹੈ। ਇਹਦੇ 'ਤੇ ਵੱਖਰਾ ਪ੍ਰੋਗਰਾਮ ਵੀ ਕਰਾਂਗੇ ਕਿ ਆਉਂਦੇ ਸਮੇਂ 'ਚ ਜਿਹੜੇ ਵਿਦਿਆਰਥੀ ਪੱਕੇ ਹੋਣੇ ਨੇ ਉਹਨਾਂ ਦੇ ਲਈ ਕਿਹੜੇ ਫੈਕਟਰਸ ਨੇ ਜਿਹੜੇ ਉਹ ਇਨਫਲੂਐਂਸ ਕਰਨਗੇ ਉਹਨਾਂ ਦੇ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਨੂੰ। ਸੋ ਥੈਂਕ ਯੂ ਸੋ ਮਚ ਅਜਿੰਦਰਬੀਰ ਕੌਰ ਗਿੱਲ ਜੀ, ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ। ਰੀਅਪਲਾਈ ਕਰਨ ਦੇ ਲਈ ਨੈਕਸਟ ਇਨਟੇਕ ਜਿਵੇਂ ਦੱਸਿਆ ਤੁਸੀਂ ਸਲਾਹ ਮਸ਼ਵਰਾ ਕਰੋ, ਮਈ ਦੇ ਵਿੱਚ ਐਡਮਿਸ਼ਨ ਲੈਣੀ ਹੈ, ਸਪਟੰਬਰ ਦੇ ਵਿੱਚ ਐਡਮਿਸ਼ਨ ਲੈਣੀ ਹੈ, ਔਰ ਟੈਲੀਫੋਨ ਨੰਬਰ ਸਕਰੀਨ 'ਤੇ ਹੈ। ਕੋਈ ਵੀ ਪੁਆਇੰਟ ਹੈ ਤੁਸੀਂ ਫੋਨ ਕਰਕੇ ਡਿਸਕਸ ਕਰੋ। ਕੋਈ ਵੀ ਤੁਹਾਡਾ ਡਾਕੂਮੈਂਟ ਅਗਰ ਫਰਜ਼ੀ ਹੈ
ਜਾਂ ਤੁਸੀਂ ਪਹਿਲਾਂ ਆਪਣੀਆਂ ਫਾਈਲ 'ਚ ਫਰਜ਼ੀ ਡਾਕੂਮੈਂਟ ਲਾਏ ਆ, ਫਿਰ ਤੁਸੀਂ ਬਿਲਕੁਲ ਸੰਪਰਕ ਨਾ ਕਰਿਓ, ਕਿਉਂਕਿ ਬਿਲਕੁਲ ਜੈਨੂਇਨ ਸਟੂਡੈਂਟ ਨੇ ਜਿਹੜੇ ਉਹੀ ਸੰਪਰਕ ਕਰਨ। ਥੈਂਕ ਯੂ ਸੋ ਮਚ। ਜੀ ਥੈਂਕ ਯੂ।